लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। श्री राग महला पहला। श्री राग महला पहला। गुणवंती गुण वितरै, गुणवंती गुण वितरै। अवगुणवंती झूर, अवगुणवंती झूर। जे लोड़ै वर कामणी, जे लोड़ै वर कामणी। न मिलिए फिर पूर, न मिलिए फिर पूर। ना बेड़ी ना तुरहड़ा, ना बेड़ी ना तुरहड़ा। ना पाइए फिर दूर, ना पाइए फिर दूर। मेरे ठाकुर पूरे तख्त अडोल, मेरे ठाकुर पूरे तख्त अडोल। गुरमुख पूरा जे करे, गुरमुख पूरा जे करे। पाइए साच अतोल, पाइए साच अतोल। रहाओ रहाओ प्रभ हरिमंदर सोहना, प्रभ हरिमंदर सोहना। जिसमें माणक लाल, जिसमें माणक लाल। मोती हीरा निर्मला, मोती हीरा निर्मला। कंचन कोट रिसाल, कंचन कोट विशाल। बिन पौड़ी गढ़ क्यों चढ़ो, फिर पौड़ी गढ़ क्यों चढ़ो। गुर हर ध्यान निहाल, गुर हर ध्यान निहाल। गुर पौड़ी बेड़ी गुरु, गुर पौड़ी बेड़ी गुरु। गुर तुल्हा हर नाओ, गुर तुल्हा हर नाओ। गुर सर सागर बोथो, गुर सर सागर बोथो। गुर तीरथ दरियाओ, गुर तीर्थ दरियाओ। जे तिस भावै उजली, जे तिस भावै उजली। सत सर नावण जाओ, सत सर नावण जाओ। पूरो पूरो आखिए, पूरो पूरो आखिए। पूरे तख्त निवास, पूरे तख्त निवास। पूरे थान सुहावणे, पूरे थान सुहावणे। पूरे आस निरास, पूरे आस निरास। नानक पूरा जे मिलै, नानक पूरा जे मिलै। क्यों घाटै गुणतास, क्यों घाटै गुणदास। परमात्मा ਦਾ ਕੋਈ ਰੂਪ ਰੰਗ ਰੇਖ ਭੇਖ ਸ਼ਕਲ ਨਹੀਂ ਹੈ ਜੀ। ਫਿਰ ਸਾਡੀ ਸਾਂਝ ਉਹ ਹੈ ਕੀ? ਬਾਣੀ ਵਿੱਚ ਮਹਾਰਾਜ ਸੁਣਾਉਂਦੇ ਨੇ, ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੂੰ ਗੁਣਾਂ ਦਾ ਖਜ਼ਾਨਾ ਹੈ ਤੇ ਉਹਦੇ ਨਾਲ ਸਾਂਝ ਗੁਣਾ ਕਰਕੇ ਹੀ ਪੈ ਸਕਦੀ ਹੈ। ਸ੍ਰੀ ਰਾਗ ਮਹੱਲਾ ਪਹਿਲਾ। 9ਵਾਂ ਸ਼ਬਦ ਮਹਾਰਾਜ ਉਚਾਰਨ ਕਰਦੇ ਨੇ, ਗੁਣਵੰਤੀ ਗੁਣ ਵਿਥਰੈ। ਜੋ ਗੁਣਵੰਤੀ ਹੈ ਜੀਵਾਤਮਾ, ਕਹਿੰਦੇ ਉਹ ਤੇ ਆਪਣੇ ਗੁਣਾਂ ਦਾ ਵਿਸਥਾਰ ਕਰਦੀ। ਔਗੁਣਵੰਤੀ ਝੂਰ, ਜਿਹੜੀ ਔਗੁਣਵੰਤੀ ਹੈ, ਜਿਹਦੇ ਵਿੱਚ ਪੱਲੇ ਗੁਣ ਹੀ ਹੈ ਨਹੀਂ, ਕਹਿੰਦੇ ਉਹਦੇ ਪੱਲੇ ਝੋਰੇ ਤੋਂ ਸਿਵਾਏ ਹੋਰ ਕੁਝ ਵੀ ਨਹੀਂ, ਝੁਰਦੀ ਹੈ। ਜੇ ਲੋੜੈ ਵਰ ਕਾਮਣੀ, ਜੇ ਉਹ ਚਾਹੁੰਦੀ ਹੈ ਕਿ ਮੈਂ ਆਪਣੇ ਉਸ ਪਰਮਾਤਮਾ ਨੂੰ ਮਿਲ ਲਵਾਂ, ਇਹ ਜੀਵਾਤਮਾ ਜੇ ਤੂੰ ਚਾਹੁੰਦੀ ਹੈ ਕਿ ਉਸ ਪਰਮਾਤਮਾ ਨੂੰ ਮਿਲਣਾ, ਜੇ ਲੋੜੈ ਵਰ ਕਾਮਣੀ ਨਹਿ ਪਿਲੀਐ ਫਿਰ ਕੂਰ। ਇਸ ਕਰਕੇ ਝੂਠੇ ਸਾਧਨਾ ਦੁਆਰਾ, ਕੂਰ ਮੀਨ ਝੂਠ, ਝੂਠੇ ਕਰਮਕਾਂਡਾਂ ਦੁਆਰਾ ਉਹਨੂੰ ਨਹੀਂ ਮਿਲਿਆ ਜਾ ਸਕਦਾ। ਬਸ ਕਰਮਕਾਂਡਾਂ ਨਾਲ ਕਰਮ ਕਰ, ਕਰਮਕਾਂਡ ਨਾ ਕਰ, ਬਸ ਇਹੀ ਫਰਕ ਹੈ ਦੋਵਾਂ 'ਚ। ਇਸ ਥੋੜੇ ਜਿਹੇ ਵਿੱਥ ਨੂੰ ਜਾਣ ਲੈਣਾ ਹੀ ਵੇਖਣ ਨੂੰ ਇੱਕੋ ਜਿਹੇ ਲੱਗਦੇ, ਪਰ ਕਰਮ ਤੇ ਕਰਮਕਾਂਡ। ਬਾਣੀ ਨੂੰ ਪੜ੍ਹਦੇ ਆ, ਬੜੀ ਹੈਰਾਨੀ ਹੁੰਦੀ ਕਈ ਵਾਰੀ ਕਿ ਜਦੋਂ ਅਸੀਂ ਜਾਣਦੇ ਆ ਇਸ ਗੱਲ ਨੂੰ ਕਿ ਸ਼ਰਧਾ ਤੇ ਗਿਆਨ ਇਹ ਦੋਵੇਂ ਨਾਲ ਨਾਲ ਚੱਲਦੇ ਨੇ, ਦੋਵੇਂ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ, ਇਹ ਇਕੱਠੇ ਹੋਣੇ ਜ਼ਰੂਰੀ ਨੇ। ਪਰ ਕੱਲੀ ਸ਼ਰਧਾ ਗਿਆਨ ਤੋਂ ਹੀਣੀ ਅੰਧ ਵਿਸ਼ਵਾਸ ਬਣ ਜਾਂਦੀ।
ਸ਼ਰਧਾ ਤੇ ਬਹੁਤ ਹੈ ਪਰ ਗਿਆਨ ਨਹੀਂ, ਅੰਧ ਵਿਸ਼ਵਾਸ। ਤੇ ਜੇ ਗਿਆਨ ਬਹੁਤ ਹੈ ਸ਼ਰਧਾ ਹੈ ਨਹੀਂ ਤੇ ਹੰਕਾਰ ਪੈਦਾ ਕਰਦਾ ਕਿ ਬਸ ਮੈਂ ਹੁਣ ਜਾਣ ਗਿਆ ਜੀ। ਸ਼ਰਧਾ ਨਿਮਰਤਾ ਹੋਣੀ ਬਹੁਤ ਜ਼ਰੂਰੀ। ਜਿਹੜੀਆਂ ਟਾਹਣੀਆਂ ਨੂੰ ਫਲ ਲੱਗਦੇ ਨੇ ਨਾ, ਉਹ ਟਾਹਣੀਆਂ ਝੁਕ ਜਾਂਦੀਆਂ। ਤੇ ਗਿਆਨਵਾਨ ਪੁਰਸ਼ ਅੰਦਰੋਂ ਹਮੇਸ਼ਾ ਹੀ ਗੁਰਮੁਖ ਹਿਰਦੈ ਗਰੀਬੀ ਆਵੈ, ਉਹ ਝੁਕੇ ਮਿਲਣਗੇ। ਇਸ ਕਰਕੇ ਗੁਣ ਨੇ। ਇੱਥੇ ਮਹਾਰਾਜ ਸਮਝਾਉਣਾ ਕਰਦੇ ਨੇ ਸਾਨੂੰ ਕਿ ਜੇ ਤੂੰ ਉਸ ਮਾਲਕ ਨੂੰ ਮਿਲਣਾ ਚਾਹੁੰਦੀ, ਜੇ ਲੋੜਾ ਵਰ ਕਾਮਣੀ ਨਹਿ ਮਿਲੀਐ ਫਿਰ ਕੂਰ। ਆਪਣੇ ਪਿਰ ਨੂੰ, ਆਪਣੇ ਮਾਲਕ ਨੂੰ ਝੂਠ ਦੁਆਰਾ ਨਹੀਂ, ਝੂਠ ਵਾਲੇ ਸਾਧਨ ਨਾ ਅਪਣਾ। ਨਾ ਬੇੜੀ ਨਾ ਤੁਰੜਾ ਨਾ ਪਾਈਐ ਫਿਰ ਦੂਰ। ਉਹ ਪਤੀ ਦੂਰ ਆ, ਕਹਿੰਦੇ ਨਾ ਤਾਂ ਤੇਰੇ ਕੋਲ ਕੋਈ ਸਾਧਨ ਹੈ, ਠੀਕ ਹੈ ਨਾ। ਬੇੜੀ ਤੁਲਹਾ, ਬੇੜੀ ਕਹਿੰਦੇ ਆਪਾਂ ਬੇੜੀ ਜਿਹੜੀ ਹੁੰਦੀ ਬਣੀ ਹੋਈ, ਤੁਲਹਾ ਕਹਿੰਦੇ ਨੇ ਲੱਕੜਾਂ ਕਾਨੀਆਂ ਦਾ ਬਣਾਇਆ ਹੋਇਆ ਟੈਂਪਰੇਰੀ, ਉਹਨੂੰ ਤੁਲਹਾ ਕਹਿੰਦੇ ਨੇ। ਭਾਵ ਤੇਰੇ ਕੋਲੇ ਥੋੜਾ ਜਿੰਨਾ ਵੀ ਕੋਈ ਸਾਧਨ, ਥੋੜੀ ਜਿਹੀ ਵੀ ਕੋਈ ਆਸ ਉਸ ਮਾਲਕ ਨੂੰ ਮਿਲਣ ਦੀ ਨਹੀਂ, ਚਾਹ ਨਹੀਂ ਹੈ ਤੇਰੇ ਅੰਦਰ, ਵੈਰਾਗ ਨਹੀਂ ਹੈ। ਨਾ ਬੇੜੀ ਨਾ ਤੁਲਹਾ ਨਾ ਪਾਈਐ ਫਿਰ ਦੂਰ, ਮੇਰੇ ਠਾਕੁਰ ਪੂਰਾ ਤਖਤ ਅਡੋਲ। ਉਹ ਮੇਰਾ ਠਾਕੁਰ ਤਖਤ ਤੇ ਪੂਰਾ ਤਖਤ ਅਡੋਲ। ਪੂਰਾ ਤੋਂ ਭਾਵ ਹੈ ਤਖਤ ਦੁਆਰਾ, ਭਾਵ ਮਨ ਦੀ ਸਥਿਰਤਾ ਦੁਆਰਾ, ਅਡੋਲਤਾ ਦੁਆਰਾ ਹੀ ਉਹਨੂੰ ਪਾਇਆ ਜਾ ਸਕਦਾ ਹੈ। ਗੁਰਮੁਖ ਪੂਰਾ ਜੇ ਕਰੇ, ਗੁਰੂ ਦੁਆਰਾ ਜੇ ਕਿਤੇ ਉਹ ਪੂਰਾ ਕਰਦੇ ਸਨ। ਗੁਰੂ ਦਾ ਅਨੁਸਾਰੀ ਹੋ ਕੇ ਜਦੋਂ ਅਸੀਂ ਚੱਲੇ, ਆਮ ਕਰਕੇ ਅਸੀਂ ਪੂਰਾ ਕਿਹਨੂੰ ਕਹਿੰਦੇ? ਜਦੋਂ ਬੰਦਾ ਮਰ ਜਾਂਦਾ ਅਸੀਂ ਕਹਿੰਦੇ ਜੀ ਪੂਰਾ ਹੋ ਗਿਆ। ਪੂਰਾ ਨਹੀਂ ਹੋਇਆ, ਉਥੇ ਅਧੂਰਾ ਸੀ, ਅਧੂਰਾ ਹੀ ਗਿਆ। ਪੂਰਾ ਕੌਣ ਹੈ? ਜਿਹੜਾ ਪੂਰੇ ਨਾਲ ਜੁੜ ਗਿਆ। ਜੇ ਕਿਤੇ ਉਹ ਪੂਰਾ ਕਰੇ, ਜਿਉਂਦੇ ਜੀ ਪੂਰੇ ਹੋਣਾ ਹੁੰਦਾ ਹੈ। ਅਧੂਰੇ ਆਏ ਸਾਂ, ਪੂਰੇ ਹੋ ਕੇ ਜਾਣਾ ਸੀ। ਗੁਰਮੁਖ ਪੂਰਾ ਜੇ ਕਰੇ ਪਾਈਐ ਸਾਜ ਅਤੋਲ। ਜੇ ਕਿਤੇ ਉਹ ਆਪ ਕਿਰਪਾ ਕਰਕੇ ਗੁਰੂ ਦੁਆਰਾ ਬਖਸ਼ਿਸ਼ ਕਰਦਾ ਹੈ ਨਾ, ਕਹਿੰਦੇ ਉਹ ਸੱਚ ਜਿਹੜਾ ਕਿ ਅਤੋਲ ਹੈ, ਜਿਹੜਾ ਤੋਲਿਆ ਨਹੀਂ ਜਾ ਸਕਦਾ, ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਉਦੋਂ। ਕਿਉਂਕਿ ਪੂਰਾ ਤਾਂ ਇੱਕੋ ਹੀ ਹੈ ਸੰਸਾਰ ਵਿੱਚ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹ ਤੇ ਪੂਰਾ ਉਹੀ ਹੈ, ਇੱਕੋ ਹੀ। ਇਸ ਕਰਕੇ ਪੂਰੇ ਨਾਲ ਜੁੜ ਕੇ ਹੀ ਪੂਰਾ ਹੋਇਆ ਜਾ ਸਕਦਾ ਹੈ। ਰਹਾਉ ਪ੍ਰਭ ਹਰਮੰਦਰ ਸੋਹਣਾ ਤਿਸ ਮੈਂ ਮਾਨਕ ਲਾਲ। ਹੁਣ ਪਾਤਸ਼ਾਹ ਕਹਿੰਦੇ ਉਹ ਪ੍ਰਭੂ ਦਾ ਇੱਕ ਮੰਦਰ, ਹਰੀ ਮੰਦਰ ਜਿਹੜਾ ਸੋਹਣਾ, ਹਰਮੰਦਰ ਹਰ ਪ੍ਰਭ ਸਾਜਿਆ। ਅਸੀਂ ਜਿਹੜੇ ਮੰਦਰ ਜਾਂ ਗੁਰਦੁਆਰੇ ਜਾਂ ਜਿਹੜੇ ਧਾਰਮਿਕ ਸਥਾਨ ਬਣਾਉਨੇ ਆ, ਉਹ ਅਸੀਂ ਬਣਾਉਨੇ ਆ, ਪਰ ਇਹ ਜਿਹੜਾ ਸਰੀਰ ਹੈ ਉਸ ਮਾਲਕ ਨੇ ਸਾਨੂੰ ਦਿੱਤਾ ਹੈ, ਬੜਾ ਵਧੀਆ ਸੋਹਣਾ, ਜਿਹਦੀ ਕਿ ਕੋਈ ਕੀਮਤ ਨਹੀਂ ਤੇ ਨਾ ਹੀ ਕੋਈ ਇਹੋ ਜਿਹਾ ਬਣਾ ਸਕੇ। ਸੋਹਣਾ ਵਰਚਾ ਕਹਿੰਦੇ ਉੱਚ ਵਸਦਾ ਉਹ ਆਪ, ਉਹ ਪ੍ਰਭੂ ਦਾ ਹੈ। ਪ੍ਰਭ ਹਰਮੰਦਰ ਸੋਹਣਾ ਤਿਸ ਮੈਂ ਮਾਨਕ ਲਾਲ। ਉਹਦੇ ਵਿੱਚ ਮਤ ਸੋਹਣੀ ਦਿੱਤੀ ਮਾਲਕ ਨੇ, ਮਾਨਕ ਹੀਰੇ ਮੋਤੀ ਜਵਾਹਰਾਤ ਸੁੰਦਰਤਾ। ਕਿਉਂਕਿ ਦੁਨੀਆ ਤੇ ਕੋਈ ਵੀ ਮਨੁੱਖ ਇਹੋ ਜਿਹਾ ਨਹੀਂ ਜਿਹਦੇ ਚ ਗੁਣ ਨਹੀਂ, ਉਹਨੇ ਦਿੱਤੇ ਨੇ, ਪਰ ਅਸੀਂ ਛੁਪਾ ਲਏ, ਅਸੀਂ ਉਹਨਾਂ ਨਾਲ ਸਾਂਝ ਨਾ ਪਾਈ। ਮੋਤੀ ਹੀਰਾ ਨਿਰਮਲਾ, ਉਤੇ ਮੋਤੀਆਂ ਨਾਲ ਹੀਰਿਆਂ ਨਾਲ ਜੜਿਆ ਹੋਇਆ, ਨਿਰਮਲ ਪਵਿੱਤਰ ਉਸ ਵਾਹਿਗੁਰੂ ਦਾ ਸਥਾਨ ਜੋ ਹੈ, ਹਿਰਦਾ ਜਿਹੜਾ ਹੈ, ਕੰਚਨ ਕੋਟ ਰਿਸਾਲ। ਉੱਥੇ ਕੰਚਨ ਕੋਟ, ਕੋਟ ਕਹਿੰਦੇ ਨੇ ਕਿਲਿਆਂ, ਰਿਸਾਲ ਰਸਾਂ ਨਾਲ ਭਰੇ ਹੋਏ, ਆਨੰਦਦਾਇਕ ਸ਼ਿੰਗਾਰੇ ਹੋਏ ਕਿਲੇ ਜਿਸ ਤਰ੍ਹਾਂ ਨੇ, ਕਹਿੰਦੇ ਕੰਚਨ ਕੋਟ ਕਰੋੜਾਂ ਹੀ। ਇਹ ਕਿਲੇ ਭਾਵ ਸਾਡੇ ਇਸ ਮਨ ਨੂੰ ਜਦੋਂ ਪਾਰ ਕਰਨਾ ਪੈਂਦਾ ਉਸ ਮਾਲਕ ਨੂੰ ਮਿਲਣ ਲਈ, ਸਾਡੇ ਅੰਦਰ ਹੀ ਨੇ ਸਾਰਾ ਕੁਝ। ਬਿਨ ਪੌੜੀ ਗੜ ਕਿਉਂ ਚੜੋ? ਹੁਣ ਪਾਛ ਕਹਿੰਦੇ ਫਿਰ ਉਹ ਗੜ ਦੇ ਉੱਤੇ, ਉਸ ਕਿਲੇ ਉੱਤੇ ਬਿਨਾਂ ਪੌੜੀ ਤੋਂ ਕਿਵੇਂ ਚੜਿਆ ਜਾ ਸਕਦਾ ਹੈ? ਆਪਾਂ ਵੇਖਦੇ ਹਾਂ ਕਿ ਜਦੋਂ ਕਿਲੇ ਨੇ, ਕਿਲਿਆਂ ਦੁਆਰੇ ਖਾਈ ਹੁੰਦੀ ਆਲੇ ਦੁਆਲੇ, ਤਾਂ ਕਿ ਕੋਈ ਚੜ ਨਾ ਸਕੇ। ਸਾਡੇ ਇਸ ਕਿਲੇ ਦੁਆਰੇ ਵੀ ਖਾਈ ਹੈ, ਬਹੁਤ ਵੱਡੀ ਪੱਟੀ ਮਾਇਆ ਦੀ। ਪਹਿਲੀ ਗੱਲ ਤਾਂ ਮਾਇਆ ਜੀ ਡੁੱਬ ਜਾਣੇ, ਪਾਰ ਕੀ ਹੋਣਾ? ਇੱਥੇ ਮਾਂ ਕਹਿੰਦੇ ਬਿਨ ਪੌੜੀ ਗੜ ਕਿਉਂ ਚੜੋ? ਗੁਰ ਹਰ ਨਦਰ ਨਿਹਾਲ। ਗੁਰੂ ਕਿਤੇ ਕਿਰਪਾ ਕਰੇ, ਉਸ ਹਰੀ ਦੁਆਰਾ ਨਿਹਾਲ ਹੋ ਜਾਈਦਾ ਹੈ, ਜੇ ਕਿਤੇ ਉਹ ਕਿਰਪਾ ਕਰੇ ਤਾਂ। ਹੁਣ ਪਾਤਸ਼ਾਹ ਸਵਾਲ ਖੜਾ ਕਰਕੇ ਨਾਲ ਹੀ ਉੱਤਰ ਦਿੰਦੇ ਨੇ, ਗੁਰ ਪੌੜੀ ਬੇੜੀ ਗੁਰੂ। ਗੁਰ ਉਸ ਮਾਲਕ ਦਾ ਦਿੱਤਾ ਬਖਸ਼ਿਆ ਹੋਇਆ ਗਿਆਨ, ਇਹ ਬੇੜੀ ਜਿਹੜੀ ਹੈ ਇਹ ਗੁਰੂ ਹੈ, ਜੋ ਸਾਨੂੰ, ਜਿਹਦੇ ਉੱਤੇ ਬੈਠ ਕੇ ਅਸੀਂ ਪਾਰ ਹੋ ਸਕਦੇ ਹਾਂ। ਭਾਵ ਉਹਦੇ ਦੱਸੇ ਮਾਰਗ ਦੇ ਅਨੁਸਾਰ ਚੱਲ ਕੇ ਅਸੀਂ ਆਪਣੀ ਉਸ ਮੰਜ਼ਿਲ ਨੂੰ ਪਾਰ ਕਰ ਸਕਦੇ ਹਾਂ।
ਗੁਰ ਤੁਲਹਾ, ਗੁਰੂ ਤੁਲਹਾ ਕਹਿੰਦੇ, ਤੁਲਹਾ ਵੀ ਟੈਂਪਰੇਰੀ, ਭਾਵ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਬਿਲਕੁਲ ਇਸ ਤਰ੍ਹਾਂ ਹੀ ਹੈ, ਭਾਵੇਂ ਕੋਲੇ ਕੁਝ ਵੀ ਨਾ ਹੋਵੇ, ਅਸੀਂ ਉਸ ਤੇ ਵੀ ਪਾਰ ਹੋ ਜਾਈਦਾ ਹੈ। ਹਰ ਨਾਮ, ਪ੍ਰਮਾਤਮਾ ਦਾ ਨਾਮ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਸਾਨੂੰ ਤੁਲਹਾ ਮਿਲ ਜਾਏ, ਬੇੜੀ ਮਿਲ ਜਾਏ, ਪੌੜੀ ਲੱਗ ਜਾਏ। ਗੁਰ ਸਾਹਿਬ ਸਾਗਰ ਬਹੁਥੋ, ਗੁਰੂ ਸਰੋਵਰ ਹੈ, ਸਾਗਰ ਹੈ ਬਹੁਥੋ। ਇੱਥੇ ਮਰ ਗਏ ਸੰਸਾਰ ਸਾਗਰ ਦੇ ਵਿੱਚ ਗੁਰੂ ਇੱਕ ਜਹਾਜ਼ ਹੈ। ਗੁਰ ਤੀਰਥ ਦਰਿਆਓ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਸਥਾਨ ਨੇ, ਧਾਰਮਿਕ ਸਥਾਨ ਨੇ ਜਿਹੜੇ, ਉਹ ਤੀਰਥਾਂ ਤੇ ਦਰਿਆਵਾਂ ਉੱਤੇ ਹੀ ਨੇ। ਤੇ ਪਾਇਆ ਸਾਡੇ ਲਈ ਤੇ ਗੁਰੂ ਹੀ ਤੀਰਥ ਹੈ, ਗੁਰੂ ਹੀ ਦਰਿਆ, ਵਗਦਾ ਦਰਿਆ ਹੈ ਜ਼ਿੰਦਗੀ ਦਾ। ਜਿਹੜੇ ਦਰਿਆ ਨੇ ਸਾਨੂੰ ਜ਼ਿੰਦਗੀ ਦਿੰਦੇ ਨੇ, ਬਖਸ਼ਦੇ ਨੇ, ਕਿਉਂਕਿ ਉੱਥੋਂ ਸਾਡੀ ਸਿੰਚਾਈ ਹੁੰਦੀ ਹੈ, ਸਾਨੂੰ ਜੀਵਨ ਮਿਲਦਾ ਹੈ, ਪਾਣੀ ਮਿਲਦਾ ਹੈ। ਤੇ ਗੁਰੂ ਜਿਹੜਾ ਹੈ ਪਾਤਸ਼ਾਹ ਨੇ ਬਿਲਕੁਲ ਸਾਨੂੰ ਇੱਕ ਵਗਦਾ ਦਰਿਆ ਹੈ ਜੀਵਨ ਦਾ। ਗੁਰ ਤੀਰਥ ਦਰਿਆਓ ਜੇ ਤਿਸ ਭਾਵੈ ਉਜਲੀ, ਜੇ ਉਹਨੂੰ ਭਾਵੇ ਗੁਰੂ ਨੂੰ ਇਹ ਜੀਵਾਤਮਾ ਤਾਂ ਤੇ ਉਜਲ ਹੈ। ਸਤ ਸਰ ਨਹਾਵਣ ਜਾਓ, ਤੇ ਇਸ ਕਰਕੇ ਸਹੀ ਮਾਇਨੇ ਵਿੱਚ ਗੁਰੂ ਦੇ ਨਾਮ ਰੂਪੀ ਸਰੋਵਰ ਵਿੱਚ ਨਹਾਉਣਾ ਹੀ ਸਹੀ ਮਾਇਨੇ ਵਿੱਚ ਇਸ਼ਨਾਨ ਕਰਨਾ ਹੈ। ਤੀਰਥ ਨਹਾਵਣ ਜਾਓ ਤਾਂ ਤੀਰਥ ਨਾਮ ਹੈ। ਸਤ ਸਰ ਨਹਾਵਣ ਜਾਓ, ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ। ਹੁਣ ਪੂਰੋ ਪੂਰੋ ਸਾਰੇ ਕਹਿੰਦੇ ਨੇ ਪੂਰਾ, ਇਹਨੇ ਪੂਰਾ ਤੇ ਤਖਤ ਤੇ ਨਿਵਾਸ ਕਰਕੇ ਆਪਣੇ ਹਿਰਦੇ ਤੇ ਉਸ ਮਾਲਕ ਦੇ ਦਰ ਤੇ ਪਹੁੰਚ ਕੇ ਪੂਰਾ ਹੋਇਆ ਜਾ ਸਕਦਾ ਹੈ। ਪੂਰਾ ਥਾਨ ਸੁਹਾਵਣੈ, ਪੂਰਾ ਆਸ ਨਿਰਾਸ। ਜਦੋਂ ਉਸ ਸੁਹਾਵਣੇ ਥਾਨ ਤੇ ਆਪਣੇ ਹਿਰਦੇ ਰੂਪੀ ਉਸ ਟਿਕਾਣੇ ਤੇ, ਜਿਹਨੂੰ ਨਿਜ ਘਰ ਕਹਿੰਦੇ ਆ, ਜਿਹਨੂੰ ਚੌਥਾ ਪਦ ਕਹਿੰਦੇ ਆ, ਜਿਹਨੂੰ ਦਸਮ ਦਵਾਰ ਕਹਿੰਦੇ ਆ, ਉਸ ਅਵਸਥਾ ਤੇ ਪਹੁੰਚਿਆ ਹੀ ਪਾਤਸ਼ਾਹ ਕਹਿੰਦੇ ਉੱਥੇ ਪਹੁੰਚ ਕੇ ਆਸ ਨਿਰਾਸਾ ਹੋ ਜਾਂਦਾ ਇਨਸਾਨ। ਮਨ ਦੇ ਸਾਰੇ ਖੁਰਨੇ ਖਤਮ ਹੋ ਜਾਂਦੇ ਨੇ, ਨਾ ਕੋਈ ਆਸ਼ਾ ਹੈ ਤੇ ਨਾ ਹੀ ਅੰਦਰ ਨਿਰਾਸ਼ਾ ਹੈ। ਜਿਹਨੂੰ ਨੌਵੇਂ ਪਾਤਸ਼ਾਹ ਮਾਰੇ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਉਹ ਅਵਸਥਾ ਹੈ। ਉਸ ਅਵਸਥਾ ਨੂੰ ਜਿੱਥੇ ਮਨ ਦੇ ਫੁਰਨੇ ਹੀ ਖਤਮ ਹੋ ਗਏ ਤੇ ਅਸੀਂ ਇਸ ਚੀਜ਼ ਨੂੰ ਇੰਨਾ ਡੂੰਘਾਈ ਤੱਕ ਲੈ ਗਏ, ਇੰਨਾ ਉੱਪਰ ਤੱਕ ਲਿਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਅੱਗੇ ਜਾ ਕੇ ਮੇਰੀ ਤੇ ਜੀ ਸੁਰਤ ਚੜ ਜਾਂਦੀ, ਮੈਨੂੰ ਤੇ ਜੀ ਅੱਗੇ ਆਹ ਨਜ਼ਰ ਆਉਂਦਾ ਹੈ, ਮੈਨੂੰ ਅੱਗੇ ਆਹ ਨਜ਼ਰ ਆਉਂਦਾ ਹੈ। ਕਹਿਣ ਵਾਲੇ ਜੋ ਮਰਜ਼ੀ ਪਏ ਕਹਿਣ, ਪਰ ਉੱਥੇ ਜਾ ਕੇ ਤੇ ਤੁਹਾਡਾ ਸਾਰਾ ਕੁਝ ਖਤਮ ਹੋ ਜਾਂਦਾ ਹੈ। ਗੁਰੂ ਦੇ ਸਨਮੁਖ ਜਦ ਅਸੀਂ ਹੁੰਨੇ ਆ ਤਾਂ ਮਨ ਅੰਦਰ ਤੇ ਮੰਗ ਹੀ ਕੋਈ ਨਹੀਂ ਰਹਿੰਦੀ। ਅਸੀਂ ਤੇ ਇਹੀ ਭੁੱਲ ਜਾਂਦੇ ਆ ਕਿ ਅਸੀਂ ਹੈ ਕੌਣ। ਇਹ ਅਵਸਥਾ ਨੂੰ ਹੀ ਦਸਮ ਦਵਾਰ ਕਹਿੰਦੇ ਨੇ, ਇਸ ਅਵਸਥਾ ਨੂੰ ਹੀ ਚੌਥਾ ਪਦ ਕਹਿੰਦੇ ਨੇ, ਇਸ ਅਵਸਥਾ ਨੂੰ ਹੀ ਆਸ ਨਿਰਾਸ ਕਹਿੰਦੇ ਨੇ। ਉਸ ਅਵਸਥਾ ਤੇ ਜਾ ਕੇ, ਕਿਉਂਕਿ ਉਹਨੂੰ ਬਿਆਨ ਤੇ ਨਹੀਂ ਕੀਤਾ ਜਾ ਸਕਦਾ, ਕੋਸ਼ਿਸ਼ ਕੀਤੀ ਦਾਸ ਨੇ, ਪਰ ਫਿਰ ਵੀ ਇਹਨੂੰ ਮਾਣਿਆ ਹੀ ਜਾ ਸਕਦਾ। ਬਸ ਨਾਨਕ ਪੂਰਾ ਜੇ ਮਿਲੇ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੇ ਕਿਤੇ ਉਹ ਪੂਰਾ ਮਿਲ ਜਾਏ, ਉਸ ਵਾਹਿਗੁਰੂ ਕਾਰਪੁਰਖ ਨਾਲ ਮਿਲ ਜਾਈਏ, ਕਿਉਂ ਘੱਟ ਹੈ ਗੁਣ ਤਾਸ। ਇਸ ਕਰਕੇ ਉਹਦੇ ਵਿੱਚੋਂ ਇਹ ਗੁਣ ਕਿਉਂ ਘਟਣਗੇ? ਫਿਰ ਉਹਦੇ ਵਿੱਚੋਂ ਇਹ ਗੁਣ ਕਿਉਂ ਘਟਣਗੇ? ਜਿਨ੍ਹਾਂ ਦੀ ਉਸ ਮਾਲਕ ਨਾਲ ਜਿਹੜੇ ਪੂਰੇ ਹੋ ਗਏ, ਉਹਨਾਂ ਅੰਦਰੋਂ ਉਹ ਗੁਣ ਨਹੀਂ ਘਟ ਸਕੇ। ਭਾਵੇਂ ਕਿਸੇ ਨੇ ਆਰੇ ਨਾਲ ਚੀਰ ਦਿੱਤਾ, ਤੇ ਭਾਵੇਂ ਬੰਦ ਕੱਟ ਦਿੱਤੇ, ਤੇ ਭਾਵੇਂ ਖੋਪਰੀਆਂ ਉਤਰ ਗਈਆਂ, ਉਹ ਗੁਣਾਂ ਨੂੰ ਲੈ ਨਹੀਂ ਸਕਿਆ, ਕੋਈ ਖੋ ਨਹੀਂ ਸਕਿਆ। ਉਸ ਮਾਲਕ ਨਾਲ ਉਸ ਬਿਰਤੀ ਨੂੰ ਕੋਈ ਤੋੜ ਨਹੀਂ ਸਕਿਆ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਮਹੱਲਾ ਪਹਿਲਾ। ਆਵੋ ਭੈਣੇ ਗਲ ਮਿਲੈ, ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ, ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ, ਮਿਲ ਕੇ ਕਰੈ ਕਹਾਣੀਆਂ, ਸਮਰੱਥ ਕੰਤ ਕੀਆ, ਸਮਰੱਥ ਕੰਤ ਕੀਆ, ਸਾਚੇ ਸਾਹਿਬ ਸਭ ਗੁਣ, ਸਾਚੇ ਸਾਹਿਬ ਸਭ ਗੁਣ, ਔਗਣ ਸਭ ਅਸਾਹਾ, ਔਗਣ ਸਭ ਅਸਾਹਾ, ਕਰਤਾ ਸਭ ਕੋ ਤੇਰਾ ਜੋਰ, ਕਰਤਾ ਸਭ ਕੋ ਤੇਰਾ ਜੋਰ, ਏਕ ਸ਼ਬਦ ਵਿਚਾਰੀਐ, ਏਕ ਸ਼ਬਦ ਵਿਚਾਰੀਐ, ਜਾਂ ਤੂੰ ਤਾਂ ਕਿਆ ਹੋਰ, ਜਾਂ ਤੂੰ ਤਾਂ ਕਿਆ ਹੋਰ, ਰਹਾਉ ਰਹਾਉ, ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਤੁਸੀਂ ਰਾਵਿਆ ਕਿੰਨੀ
ਗੁਣੀ ਸਹਿਜ ਸੰਤੋਖ ਸ਼ਿੰਗਾਰੀਆਂ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਮਿੱਠਾ ਬੋਲਣੀ ਫਿਰ ਰਿਸਾਲੂ ਤਾਂ ਮਿਲੈ ਫਿਰ ਰਿਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆਂ ਤੇਰੀਆਂ ਕੁਦਰਤੀ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਕੀਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ ਸਿਫਤ ਕਰੈ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਕੀਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮਿਲੈ ਸੱਚ ਉਪਜੈ ਸੱਚ ਮੈਂ ਸਾਚ ਸਮਾਏ ਸੱਚ ਮੈਂ ਸਾਚ ਸਮਾਏ ਸੁਰਤ ਹੋਵੈ ਪਤ ਉਗਵੈ ਸੁਰਤ ਹੋਵੈ ਪਤ ਉਗਵੈ ਗੁਰ ਬਚਨੀ ਭਉ ਖਾਏ ਗੁਰ ਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਆਪੇ ਲੈ ਮਿਲਾਏ। ਸ੍ਰੀ ਰਾਗ ਮਹੱਲਾ ਪਹਿਲਾ। ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ। ਆਮ ਕਰਕੇ ਜਦੋਂ ਇਸਤਰੀਆਂ ਬੈਠਦੀਆਂ ਨੇ ਤਾਂ ਉਹ ਘਰਾਂ ਦੀਆਂ ਗੱਲਾਂ ਕਰਦੀਆਂ ਕਿ ਮੇਰੀ ਸੱਸ ਇਹੋ ਜੀ ਹੈ, ਮੇਰਾ ਸਹੁਰਾ ਇਹੋ ਜਿਹਾ ਹੈ, ਮੇਰੀ ਨਨਾਣ ਇਹੋ ਜੀ ਹੈ, ਮੇਰੇ ਪੇਕੇ ਇਹੋ ਜਿਹੇ ਨੇ, ਮੈਂ ਫਲਾਣੀ ਜਗ੍ਹਾ ਆਹ ਕੀਤਾ, ਮੈਂ ਫਲਾਣੀ ਜਗ੍ਹਾ ਆਹ ਕੀਤਾ। ਤੇ ਜਦੋਂ ਗੁਰਮੁਖ ਬਹਿ ਕੇ ਗੱਲ ਕਰਨਗੇ ਉਹ ਕਿਹਦੀ ਗੱਲ ਕਰਨਗੇ? ਉਹ ਆਪਣੇ ਪਰਿਵਾਰ ਦੀ। ਸਾਡਾ ਪਰਿਵਾਰ ਕਿਹੜਾ ਹੈ ਅੰਦਰ, ਸਾਡੇ ਸ਼ੁਭ ਗੁਣ ਤੇ ਸਾਡਾ ਮਾਲਕ ਕੌਣ ਹੈ? ਪਰਮਾਤਮਾ। ਇਸ ਕਰਕੇ ਗੁਰਮੁਖ ਉਸ ਆਪਣੇ ਪਤੀ ਮਾਲਕ ਦੀ ਗੱਲ ਕਰਦੇ। ਕਹਿੰਦੇ ਉਹ ਗੁਰਮੁਖ ਪਿਆਰੇ ਜੀਵਾਤਮਾ ਜਦੋਂ ਬੈਠ ਕੇ ਗੱਲ ਕਰੇ, ਆਵੋ ਭੈਣੇ ਗਲ ਮਿਲੇ। ਗੱਲ ਮਿਲਣਾ ਹੁੰਦਾ ਕਿ ਪ੍ਰੇਮ ਨਾਲ ਬੈਠ ਕੇ ਗੱਲ ਕਰੀਏ। ਤੁਸੀਂ ਮੇਰੀਆਂ ਅੰਕ ਸਹੇਲੀਆਂ ਤੋਂ ਭਾਵ ਹੈ ਪਿਆਰੀਆਂ ਸਖੀਆਂ ਹੋ। ਆਓ ਪਿਆਰੇ ਗੁਰਮੁਖ ਪਿਆਰਿਓ, ਬੈਠ ਕੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤੀਜੇ ਪਾਤਸ਼ਾਹ ਵੀ ਕਹਿੰਦੇ। ਇੱਥੇ ਗੁਰੂ ਨਾਨਕ ਪਾਤਸ਼ਾਹ ਜੀਵਾਤਮਾ ਨੂੰ ਨੇੜੇ ਹੋ ਕੇ ਗੱਲ ਕਰਦੇ ਨੇ ਕਿ ਆਵੋ ਭੈਣੇ ਗਲ ਮਿਲੇ ਅੰਕ ਸਹੇਲਣੀਆਂ, ਮਿਲ ਕੇ ਕਰੇ ਕਹਾਣੀਆਂ, ਮਿਲ ਕੇ ਉਹਦੀਆਂ ਕਹਾਣੀਆਂ ਉਹਦੀਆਂ ਵਿਚਾਰਾਂ ਕਰੀਏ। ਸਮਰੱਥ ਕੰਤ ਕੀਆਂ, ਕਿਸੇ ਬੰਦੇ ਦੀਆਂ ਨਹੀਂ, ਜੋ ਸਮਰੱਥ ਹੈ, ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ, ਉਹ ਕੰਤ, ਉਹ ਵਾਹਿਗੁਰੂ ਅਕਾਲ ਪੁਰਖ, ਸਾਰਿਆਂ ਦਾ ਮਾਲਕ ਜੋ ਹੈ। ਸਾਚੇ ਸਾਹਿਬ ਸਭ ਗੁਣ, ਉਹ ਸੱਚੇ ਸਾਹਿਬ ਵਿੱਚ ਤੇ ਸਾਰੇ ਗੁਣ ਨੇ, ਔਗਣ ਸਭ ਅਸਾਂ। ਇਹ ਗੱਲ ਕੀਤੀ ਕਿ ਫਿਰ ਸਾਡਾ ਉਹਦੇ ਨਾਲ ਮੇਲ ਕਿਵੇਂ ਹੋ ਸਕਦਾ ਹੈ? ਉਹ ਤੇ ਗੁਣਾਂ ਨਾਲ ਭਰਪੂਰ ਹੈ। ਜਿੰਨੇ ਔਗਣ ਸਾਡੇ ਚ ਨੇ, ਜਿੰਨੇ ਗੁਣ ਨੇ ਉਹਦੇ ਚ ਨੇ, ਗੁਣਾਂ ਤੇ ਔਗਣਾਂ ਦਾ ਫਿਰ ਮੇਲ ਕਿਵੇਂ ਹੋ ਸਕਦਾ ਹੈ? ਕਰਤਾ ਸਭ ਕੋ ਤੇਰਾ ਜੋਰ, ਹੇ ਕਰਤੇ ਹਾਰ ਕਰਨਹਾਰ, ਹੇ ਵਾਹਿਗੁਰੂ ਅਕਾਲ ਪੁਰਖ, ਸਾਰੀ ਸ੍ਰਿਸ਼ਟੀ ਦੇ ਕਰਤਾ ਹੋ, ਸਭ ਕੋਈ ਤੇਰੇ ਹੀ ਬਲ ਨਾਲ ਜਿਉਂਦੇ ਨੇ। ਤੇਰਾ ਜੋਰ ਹੈ, ਤੇਰਾ ਬਲ ਹੈ, ਉਹਦੇ ਕਰਕੇ ਇਸ ਸੰਸਾਰ ਵਿੱਚ ਜੀਵਨ ਹੈ। ਇੱਕ ਸ਼ਬਦ ਵਿਚਾਰੀ ਹੈ, ਜਾਂ ਤੂੰ ਤਾਂ ਕਿਆ ਹੋ। ਬਸ ਇੱਕ ਗੱਲ ਸੋਚੀਏ, ਵਿਚਾਰ ਕਰੀਏ ਬੈਠ ਕੇ, ਜਾਂ ਤੂੰ ਤਾਂ ਕਿਆ ਹੋ। ਜੇ ਤੂੰ ਹੈ ਤਾਂ ਫਿਰ ਹੋਰ ਕੀ ਕਰਨੀ ਗੱਲ, ਹੋਰ ਕਿਹਦੀ ਗੱਲ ਕਰੀਏ? ਬਸ ਇੰਨੀ ਬੈਠ ਕੇ, ਜੇ ਤੂੰ ਹੈ ਤਾਂ ਫਿਰ ਹੋਰ ਕਿਹਦੀ ਗੱਲ ਕਰੀਏ? ਰਹਾਓ। ਹੁਣ ਇਸ ਗੱਲ ਨੂੰ ਪਾਤਸ਼ਾਹ ਨੇ ਰਹਾਓ ਦੀ ਪੰਕਤੀ ਵਿੱਚ ਪੂਰੀ ਤਰ੍ਹਾਂ ਖੋਲ੍ਹਦੇ ਨੇ, ਕਿਉਂਕਿ ਜਦੋਂ ਕੋਈ ਬੱਚਾ ਟੌਪ ਕਰ ਜਾਏ ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਵੀ ਜਾ ਕੇ ਪੁੱਛਦੇ ਹਾਂ ਉਸ ਪਰਿਵਾਰ ਨੂੰ ਜਾ ਕੇ ਕਿ ਤੁਹਾਡੇ ਬੱਚੇ ਨੇ ਕਿਹਦੇ ਕੋਲੇ ਟਿਊਸ਼ਨ ਰੱਖੀ ਸੀ, ਇਹ ਕਿੰਨਾ ਚਿਰ ਪੜ੍ਹਦਾ ਹੈ, ਕਿਹੜੀਆਂ ਕਿਹੜੀਆਂ ਕਿਤਾਬਾਂ ਪੜ੍ਹੀਆਂ, ਇਹਨੇ ਕਿੱਥੋਂ ਕਿੱਥੋਂ ਵਿਦਿਆ ਲਈ। ਕਰਦੇ ਹਾਂ ਵੀ ਤਾਂ ਕਿ ਅਸੀਂ ਵੀ ਕੁਝ ਆਪਣੇ ਬੱਚੇ ਨੂੰ ਪੜ੍ਹਾ ਸਕੀਏ। ਤੇ ਜਿਹੜੇ ਉਸ ਮਾਲਕ ਨਾਲ ਜੁੜੇ ਹੋਏ ਨੇ ਜੀਵਾਤਮਾ, ਉਸ ਵਾਹਿਗੁਰੂ ਅਕਾਲ ਪੁਰਖ ਨਾਲ, ਵੇਖੋ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਵਧੀਆ ਤਰੀਕਾ ਦੱਸਿਆ। ਜੋ ਵੀ ਮਿਲੇਗਾ ਸੰਗਤ ਵਿੱਚੋਂ ਹੀ ਮਿਲੇਗਾ, ਸੰਗਤ ਵਿੱਚੋਂ ਹੀ ਮਿਲਿਆ ਤੇ ਸੰਗਤ ਵਿੱਚੋਂ ਹੀ ਮਿਲਦਾ ਰਹੇਗਾ। ਵਨ ਮੈਨ ਇਜ਼ ਨਾਟ ਪਰਫੈਕਟ। ਇੱਕ ਬੰਦਾ ਕਦੇ ਵੀ ਪਰਫੈਕਟ ਨਹੀਂ ਹੋਇਆ ਤੇ ਨਾ ਹੀ ਹੋ ਸਕਦਾ ਹੈ। ਇਸੇ ਕਰਕੇ ਪੰਚਮ ਪਾਤਸ਼ਾਹ ਨੇ, ਦਸਮ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਗੁਰਿਆਈ ਦਿੱਤੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਇਸੇ ਕਰਕੇ ਇਹ ਅਧਿਕਾਰ ਦਿੱਤਾ ਹੈ। ਪੰਜੀ ਪਰਮੇਸ਼ਰ, ਇੱਕ ਸਿੱਖ, ਦੋ ਸਾਧ ਸੰਗ,
ਪੰਜੀ ਪਰਮੇਸ਼ਰ, ਉਹ ਪੰਜ ਪਿਆਰੇ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਬਾਟੇ ਨਾਲ ਹੱਥ ਲਾ ਕੇ ਤੇ ਹੱਥ ਵਿੱਚ ਖੰਡਾ ਪੰਜਾਂ ਦੇ ਇੱਕ ਹੁੰਦਾ ਹੈ, ਉਦੋਂ ਉਹ ਗੁਰੂ ਦਾ ਰੂਪ ਹੁੰਦੇ ਨੇ। ਤੇ ਜਦੋਂ ਉਹ ਉੱਥੋਂ ਆ ਕੇ ਅੰਮ੍ਰਿਤ ਛਕਾਉਣ ਤੋਂ ਬਾਅਦ ਕੱਲਾ ਹੋ ਜਾਂਦੇ ਨੇ, ਫਿਰ ਗੁਰੂ ਕਾ ਸਿੱਖ ਹੁੰਦੇ ਨੇ। ਬਸ ਇਸ ਸਿਧਾਂਤ ਨੂੰ ਸਾਡੇ ਪੱਲੇ ਨਹੀਂ ਪਈ ਗੱਲ ਕੋਈ, ਇਸ ਸਿਧਾਂਤ ਦੀ ਸਾਡੇ ਪੱਲੇ ਨਹੀਂ ਪਈ, ਕਿਉਂਕਿ ਸਾਡੀ ਅਜੇ ਮੱਤ ਥੋੜੀ। ਮੈਂ ਬੜੀ ਵਾਰੀ ਕਿਹਾ ਇਹ ਗੱਲ ਨੂੰ, ਕਹਿ ਦਿੰਦਾ ਹੁਣ ਵੀ ਕਹਿਣਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਮਝ ਹੀ ਨਹੀਂ ਸਕੇ। ਦੁਨੀਆ ਸਮਝ ਰਹੀ ਹੈ ਬਾਹਰ, ਪਰ ਅਸੀਂ ਨਹੀਂ ਸਮਝ ਸਕੇ ਹਜੇ ਕਿ ਅਸੀਂ ਆਪਣੇ ਪੁੱਤਰ ਕਹਾਉਂਦੇ ਹਾਂ, ਅਸੀਂ ਉਹਦੇ ਆਪਣੇ ਆਪ ਨੂੰ ਆਪਣਾ ਪਿਤਾ ਕਹਿੰਦੇ ਆ ਉਹਨੂੰ, ਪਰ ਅਸੀਂ ਆਪਣੇ ਪਿਓ ਨੂੰ ਨਹੀਂ ਸਮਝ ਸਕੇ। ਉਹਨੇ ਆਪਣਾ ਸਾਰਾ ਕੁਝ, ਸਰਵੰਸ ਨਹੀਂ, ਆਪਣਾ ਆਪ ਵੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣਾ ਆਪ ਵੀ ਸਾਡੇ ਤੋਂ ਬਾਰੇ। ਉਹਨਾਂ ਨੇ ਜੇ ਚਾਹੁੰਦੇ ਤਾਂ ਆਪਣੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਸਕਦੇ ਸਨ। ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਬਾਣੀ ਵੀ ਦਰਜ ਨਹੀਂ ਕੀਤੀ। ਸਮਰਪਿਤ ਹੋ ਕੇ ਗੁਰਿਆਈ ਇਹਨੂੰ ਬਖਸ਼ੀ। ਇਸ ਕਰਕੇ ਇਹ ਚੀਜ਼ਾਂ ਸਾਡੇ ਸਮਝਣ ਦੀ ਲੋੜ ਨੇ, ਜ਼ਰੂਰੀ ਹੈ ਸਾਨੂੰ। ਹੁਣ ਇੱਥੇ ਪਾਤਸ਼ਾਹ ਕਹਿੰਦੇ ਜਾਏ ਪੁੱਛੋ ਸੁਹਾਗਣੀ, ਉਹਨਾਂ ਸੁਹਾਗਣਾਂ ਨੂੰ, ਉਹਨਾਂ ਗੁਰਮੁਖ ਪਿਆਰਿਆਂ ਨੂੰ ਜਾ ਕੇ ਪੁੱਛੋ ਤੁਸੀਂ ਰਾਹ ਵਿਆ ਕਿੰਨੀ ਗੁਣੀ, ਤੁਸੀਂ ਉਸ ਮਾਲਕ ਨੂੰ ਕਿਵੇਂ ਮਾਣਿਆ, ਇਸ ਆਨੰਦ ਨੂੰ, ਇਸ ਖੁਸ਼ੀ ਨੂੰ, ਜਿੱਥੇ ਜਾ ਕੇ ਮਨ ਦੇ ਫੁਰਨੇ ਖਤਮ ਹੋ ਜਾਂਦੇ ਨੇ, ਤੁਸੀਂ ਇਸ ਆਨੰਦ ਨੂੰ ਕਿਵੇਂ ਪ੍ਰਾਪਤ ਕੀਤਾ, ਤੁਸੀਂ ਮਾਣਿਆ ਜਾਣਿਆ ਕਿਵੇਂ ਹੈ, ਤੁਸੀਂ ਰਾਹ ਵਿਆ ਕਿੰਨੀ ਗੁਣੀ, ਕਿਹੜੇ ਗੁਣ ਪੈਦਾ ਕੀਤੇ ਤੁਸੀਂ ਆਪਣੇ ਵਿੱਚ, ਤੇ ਜਿਨ੍ਹਾਂ ਗੁਣਾ ਕਰਕੇ ਤੁਸੀਂ ਉਸ ਮਾਲਕ ਨੂੰ ਭੋਗਿਆ। ਸਹਿਜ ਸੰਤੋਖ ਸ਼ਿੰਗਾਰੀਆਂ, ਵੇਖੋ ਨਾਲ ਹੀ ਉੱਤਰ ਦਿੱਤਾ ਹੈ, ਅੰਦਰ ਸਹਿਜ ਹੈ, ਸੰਤੋਖ ਹੈ, ਇਹਦਾ ਸ਼ਿੰਗਾਰ ਕੀਤਾ ਹੈ। ਉਹ ਜੀਵਾਤਮਾ ਨੇ ਜਵਾਬ ਦਿੱਤਾ ਅੰਦਰੋਂ, ਉਹਨਾਂ ਗੁਰਮੁਖ ਪਿਆਰਿਆਂ ਨੇ, ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ। ਇਹ ਤਿੰਨ ਗੁਣ ਧਾਰਨ ਕੀਤੇ ਨੇ, ਸਹਿਜ ਹੈ, ਸੰਤੋਖ ਹੈ, ਮਿੱਠਾ ਬੋਲਣਾ। ਅਸੀਂ ਕਹਿੰਦੇ ਹਾਂ ਉਸਰਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਸੰਭਲ ਤੱਕੀ ਜੀ ਉਹ ਕਦੇ ਨਾ ਬੋਲਿਆ ਕੌੜਾ। ਕੀ ਇਸ ਗੁਣ ਨੂੰ ਅਸੀਂ ਧਾਰਨ ਕੀਤਾ? ਜੇ ਨਹੀਂ ਕੀਤਾ ਤੇ ਅਸੀਂ ਉਸ ਸੱਜਣ ਸੁਆਮੀ ਨੂੰ ਕਿਵੇਂ ਮਿਲ ਸਕਦੇ ਹਾਂ? ਸਾਡੇ ਅੰਦਰ ਸੰਤੋਖ ਕੋਈ ਨਹੀਂ, ਅਸੀਂ ਕਿਵੇਂ ਮਿਲ ਸਕਦੇ ਹਾਂ? ਸਾਡੇ ਅੰਦਰ ਸਹਿਜ ਕੋਈ ਨਹੀਂ, ਕਿਵੇਂ ਮਿਲ ਸਕਦੇ ਹਾਂ? ਗੱਲਾਂ ਨਾਲ ਥੋੜੀ ਮਿਲਿਆ ਜਾਏਗਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਗੱਲਾਂ ਨਾਲ ਤੇ ਅਸੀਂ ਅਸਮਾਨ ਲਾ ਦਿੰਦੇ ਹਾਂ ਥੱਲੇ, ਮਗਰ ਇਹ ਗੱਲਾਂ ਨਾਲ ਨਹੀਂ। ਇਸ ਕਰਕੇ ਸਮਝਾਉਣਾ ਕਰਦੇ ਨੇ ਤਿੰਨ ਗੁਣ ਉਹਨਾਂ 'ਚ ਪੈਦਾ ਹੋਏ ਤਾਂ ਉਹਨਾਂ ਗੁਰਮੁਖ ਆਤਮਾ ਨੇ ਉਹਨੂੰ ਪ੍ਰਾਪਤ ਕੀਤਾ, ਇਸ ਰੰਗ ਨੂੰ ਮਾਣਿਆ। ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ, ਫਿਰ ਰਸਾਲੂ ਤਾਂ ਮਿਲੈ। ਉਹ ਵਾਹਿਗੁਰੂ ਅਕਾਲ ਪੁਰਖ ਸੁੰਦਰ, ਅੰਦਰ ਨਾਮ ਦਾ ਰਸ ਦੇਣ ਵਾਲਾ। ਦੁਨੀਆ ਤੇ 36 ਪ੍ਰਕਾਰ ਦੇ ਭੋਜਨ ਮੰਨੇ ਗਏ ਨੇ ਜਿਨ੍ਹਾਂ ਦਾ ਜੀਵ ਰਸ ਮਾਣਦੀ। ਦੇਖੋ ਪਰਮਾਤਮਾ ਨਾਮ ਰਸਦਾਇਕ ਹੈ, ਇਹ ਜੀਵ ਰਸਾਂ ਕਸ਼ਾਂ ਦੀ ਸੁਦਾਈ ਹੈ, ਪਰ ਕਦੇ ਇਸ ਜੀਵ ਨੇ ਉਸ ਨਾਮ ਰਸ ਨੂੰ ਨਹੀਂ ਚੱਖਿਆ, ਨਾਮ ਰਸ ਨੂੰ ਨਹੀਂ ਚੱਖਿਆ। ਇਸ ਕਰਕੇ ਪ੍ਰਮਾਤਮਾ ਨਾਮ ਰਸਾਲੂ ਹੈ, ਰਸਾਂ ਦਾ ਘਰ। ਫਿਰ ਰਸਾਲੂ ਤਾਂ ਮਿਲਿਆ ਜਾਂ ਗੁਰ ਕਾ ਸ਼ਬਦ ਸੁਣੀ। ਜਦੋਂ ਕਿਤੇ ਇਹ ਗੁਰੂ ਦੇ ਸ਼ਬਦ ਨੂੰ ਸੁਣ ਲਏ। ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ ਅਸੀਂ, ਸੁਣਿਆ ਦੀਆਂ 4 ਪੌੜੀਆਂ ਮਹਾਰਾਜ ਦੱਸਦੇ ਪਏ ਨੇ। ਦਾਸ ਨੇ ਉਸ ਦਿਨ ਵੀ ਗੱਲ ਕੀਤੀ ਸੀ ਕਿ ਸਾਡੇ ਕੰਨ ਅਸੀਂ ਬੰਦ ਨਹੀਂ ਕਰ ਸਕਦੇ, ਕੁਦਰਤ ਵੱਲੋਂ ਹੈ, ਖੁੱਲੇ ਰਹਿਣਗੇ, ਪਰ ਫਿਰ ਵੀ ਸੁਣਦੇ ਨੇ। ਜਿਹਨੇ ਸੁਣਨਾ ਹੁੰਦਾ ਹੈ, ਅਸੀਂ ਬੈਠੇ ਹਾਂ ਇੱਥੇ ਮਨ ਕਿਤੇ ਹੋਰ ਫਿਰਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸੁਣਿਆ ਹੈ ਨਾ, ਉਹਨਾਂ ਨੇ ਇਸ ਰਸ ਨੂੰ ਮਾਣਿਆ। ਫਿਰ ਰਸਾਲੂ ਤਾਂ ਮਿਲਿਆ ਜਾਂ ਗੁਰੂ ਕਾ ਸ਼ਬਦ ਸੁਣੀ। ਜੇਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ, ਇਹਨੇ ਕੇਤੀਆਂ ਕਿੰਨੀਆਂ ਹੀ ਤੇਰੀਆਂ ਬੇਸ਼ੁਮਾਰ ਤੇਰੀਆਂ ਕੁਦਰਤਾਂ, ਕੁਦਰਤੀ ਤੋਂ ਭਾਵ ਤੇਰੀਆਂ ਖਜ਼ਾਨੇ, ਕਿੰਨੀਆਂ ਵੱਡੀਆਂ ਤੇਰੀਆਂ ਦਾਤਾਂ ਨੇ। ਕੇਤੇ ਤੇਰੇ ਜੀ ਜੰਤ ਸਿਫਤ ਕਰਾਂ ਦਿਨ ਰਾਤ, ਕਿੰਨੇ ਤੇਰੇ ਜੀਵ ਜੰਤ ਨੇ ਸੰਸਾਰ ਦੇ ਵਿੱਚ ਜਿਹੜੇ ਤੇਰੀ ਸਿਫਤ ਸਲਾਹ ਕਰਦੇ ਨੇ। ਕੇਤੇ ਤੇਰੇ ਰੂਪ ਰੰਗ, ਕਿੰਨੇ ਤੇਰੇ ਰੂਪ ਨੇ, ਕਿੰਨੇ ਤੇਰੇ ਰੰਗ ਨੇ। ਕੇਤੇ ਜਾਤ ਆਜਾਤ, ਜਾਣੇ ਜਾਂਦੇ ਨੇ ਜੋ ਅਜੇ ਜਾਣੇ ਵੀ ਨਹੀਂ ਗਏ, ਇਹਨੂੰ ਅਸੀਂ ਜਾਣਦੇ ਵੀ ਨਹੀਂ, ਆਜਾਤ ਨੇ ਜਿਹੜੇ। ਸੱਚ ਮਿਲੈ ਸੱਚ ਉਪਜੈ, ਕਿਉਂਕਿ ਝੂਠ ਵਿੱਚੋਂ ਤਾਂ ਝੂਠ ਹੀ ਉਪਜੇਗਾ। ਗੁਰੂ ਨਾਨਕ ਪਾਤਸ਼ਾਹ, ਮੈਂ ਪਹਿਲਾਂ ਬੇਨਤੀ ਕੀਤੀ ਕਿ ਜਪਜੀ ਸਾਹਿਬ ਜਿਹੜਾ ਹੈ ਨਾ, ਉਹ ਮੂਲ ਹੈ।
ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਮਰ ਗਏ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਬਾਲ। ਸੱਚ ਨੂੰ ਪ੍ਰਾਪਤ ਕਰਨ ਲਈ ਸਚਿਆਰ ਬਣਨਾ ਪਏਗਾ। ਤੇ ਮਰਨੇ ਸੱਚ ਮਿਲਿਆ, ਸੱਚ ਉਪਜੇ, ਸੱਚ ਨੂੰ ਮਿਲੋਗੇ ਤੇ ਸੱਚ ਉਪਜੇਗਾ ਜੀ ਅੰਦਰ। ਸੱਚ ਮੈਂ ਸੱਚ ਸਮਾਏ, ਸੱਚ ਵਿੱਚ ਹੀ ਸੱਚ ਸਮਾ ਸਕਦਾ ਹੈ। ਸੱਚ ਮੈਂ ਸਾਚ ਸਮਾਏ, ਸਾਚ ਸਚਿਆਰ ਬਣ ਕੇ ਸੱਚ ਦੁਆਰਾ ਸੱਚ ਵਿੱਚ ਹੀ ਸਮਾਇਆ ਜਾ ਸਕਦਾ ਹੈ। ਝੂਠ ਤੇ ਸੱਚ ਇਕੱਠੇ ਨਹੀਂ ਚੱਲ ਸਕਦੇ, ਚਾਨਣ ਤੇ ਹਨੇਰਾ ਇਕੱਠੇ ਨਹੀਂ ਚੱਲ ਸਕਦੇ, ਹਉਮੈ ਤੇ ਨਾਮ ਇਕੱਠੇ ਨਹੀਂ ਚੱਲ ਸਕਦੇ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਇਸ ਕਰਕੇ ਜੇ ਸਾਡੇ ਅੰਦਰ ਤੇ ਕੂੜ ਪਿਆ, ਝੂਠ ਹੀ ਝੂਠ ਪਿਆ, ਉਹਦੇ ਵਿੱਚ ਸੱਚ ਕਿਵੇਂ ਸਮਾ ਸਕਦਾ ਹੈ? ਇਸ ਕਰਕੇ ਪਾਤਸ਼ਾਹ ਕਹਿੰਦੇ ਸਚਿਆਰ ਬਣਨਾ ਪਏਗਾ। ਸੱਚ ਮੈਂ ਸਾਚ ਸਮਾਏ, ਸੁਰਤ ਹੋਵੇ ਪਕ ਉਗਵੈ। ਸੁਰਤ ਹੋਣੀ, ਅਕਲ ਹੋਵੇ, ਸੁਰਤੀ ਉਧਰ ਹੋਏ। ਸੁਰਤੀ ਸਾਡੀ ਕਿਤੇ ਹੋਰ ਪਾਸੇ ਹੈ, ਸੁਰਤੀ ਤੇ ਸਾਡੀ ਕਿਤੇ ਹੋਰ ਪਾਸੇ ਹੈ। ਕਹਿੰਦੇ ਜੇ ਸੁਰਤ ਹੋਵੇ ਪਤ ਉਗਵੈ, ਉਦੋਂ ਪਤ ਇੱਜ਼ਤਮਾਨ ਅੰਦਰ ਪੈਦਾ ਹੁੰਦੀ। ਉਸ ਮਾਰਗ ਨਾਲ ਜੁੜ ਕੇ ਗੁਰਬਚਨੀ ਭਉ ਖਾਏ। ਗੁਰੂ ਦੇ ਬੋਲਾਂ ਨਾਲ ਭਉ, ਡਰ, ਮੌਤ ਦਾ ਡਰ ਵੀ ਚਲਾ ਗਿਆ ਗੁਰੂ ਦੇ ਬਚਨ ਨੇ। ਹੁਣ ਬਹੁਤੇ ਲੋਕ ਪੁੱਛ ਲੈਂਦੇ ਨੇ ਕਿ ਫਿਰ ਸਤਿਗੁਰੂ ਤੁਸੀਂ ਕਿਹਨੂੰ ਕਹਿੰਦੇ ਹੋ? ਸਤਿਗੁਰ ਕਿਸੇ ਬੰਦੇ ਦਾ ਨਾਮ ਨਹੀਂ। ਜਿਸ ਤਰ੍ਹਾਂ ਡਾਕਟਰ, ਡੀਸੀ ਕਿਸੇ ਬੰਦੇ ਦਾ ਨਾਮ ਨਹੀਂ, ਉਹਦਾ ਹੈ। ਉਹ ਬੰਦਾ ਵੀ ਹੋ ਸਕਦਾ ਹੈ, ਉਹ ਜਨਾਨੀ ਵੀ ਹੋ ਸਕਦੀ। ਸਤਿਗੁਰ ਜਿਹੜਾ ਸੱਚ ਦਾ ਗਿਆਨ ਹੈ, ਉਸ ਅਵਸਥਾ ਨੂੰ ਜਿਹੜਾ ਵੀ ਪ੍ਰਾਪਤ ਕਰ ਲੈਂਦਾ ਹੈ, ਉਸ ਅਵਸਥਾ ਤੇ ਪਹੁੰਚਣਾ ਨੂੰ ਸਤਿਗੁਰ ਹੈ। ਸੱਚ ਦਾ ਗਿਆਨ ਦੇਣ, ਸਤਿਗੁਰੂ ਦੇਣ ਵਾਲਾ, ਸਤਿਗੁਰ ਸੱਚ ਦਾ ਗਿਆਨ। ਇੱਥੇ ਹੁਣ ਮਾਰਗ ਨੇ ਗੁਰਬਚਨੀ, ਗੁਰ ਕੇ ਬਚਨ ਬਸੈ ਜੀ ਨਾਲੇ, ਪੜ੍ਹਦੇ ਤੇ ਹੈਗੇ। ਇਹ ਗੁਰੂ ਦੇ ਬਚਨ ਨੇ, ਬੋਲ ਨੇ ਜਿਹੜੇ, ਇਹ ਬਾਣੀ ਜਿਹੜੀ ਹੈ। ਕਹਿੰਦੇ ਜਦੋਂ ਅਸੀਂ ਬਾਣੀ ਨਾਲ ਜੁੜੇ ਤੇ ਭਉ ਗਿਆ ਅੰਦਰੋਂ, ਡਰ ਚਲਾ ਗਿਆ। ਸਾਡੇ ਅੰਦਰ ਡਰ ਬੜੇ ਨੇ, ਇੱਕ ਡਰ ਨਹੀਂ, ਬੇਅੰਤ ਡਰ ਨੇ ਸਾਡੇ ਅੰਦਰ। ਪਹਿਲੀ ਗੱਲ, ਅਸੀਂ ਗੁਰੂ ਤੋਂ ਨਹੀਂ ਡਰਦੇ, ਲੋਕਾਂ ਤੋਂ ਡਰਦੇ ਹਾਂ। ਲੋਕ ਕੀ ਕਹਿਣਗੇ, ਗੁਰੂ ਕੀ ਕਹਿੰਦਾ, ਸਾਨੂੰ ਉਹਦੀ ਕੋਈ ਬਹੁਤੀ ਪਰਵਾਹ ਨਹੀਂ ਹੁੰਦੀ, ਅਸੀਂ ਗੁਰੂ ਦੇ ਹਾਂ। ਦੂਜਾ, ਮੌਤ ਦਾ ਬੜਾ ਡਰ ਹੈ। ਤੀਜਾ, ਇਸ ਸੰਸਾਰ ਤੋਂ ਡਿੱਗਣ ਦਾ ਡਰ ਹੈ, ਅਹੁਦਿਆਂ ਤੋਂ। ਕਹਿੰਦੇ ਸਾਰੇ ਚਲੇ ਗਏ ਉਸੇ ਵੇਲੇ ਹੀ, ਜਦੋਂ ਗੁਰੂ ਦੇ ਬਚਨਾਂ ਨਾਲ ਜੁੜਿਆ, ਸਾਰੇ ਅਹੁਦੇ ਚਲੇ ਗਏ ਉਸੇ ਵੇਲੇ। ਉਹ ਜਿੱਥੇ ਰੱਖੇ ਉੱਥੇ ਹੀ ਖੁਸ਼, ਤਖਤ ਤੇ ਤਖਤਾ ਉਹਦੇ ਲਈ ਇੱਕੋ ਜਿਹੇ ਹੋ ਗਏ ਬਸ। ਕਹਿੰਦੇ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਆਪ ਸੱਚਾ ਪਾਤਸ਼ਾਹ, ਸੱਚਾ ਹੈ, ਪਤ ਰੱਖਣ ਵਾਲਾ ਹੈ ਸਾਰਿਆਂ ਦੀ। ਆਪੇ ਲਏ ਮਿਲਾਏ। ਜਦੋਂ ਤੇਰੀ ਮੱਤ ਉੱਚੀ ਹੋਏਗੀ, ਜਦੋਂ ਤੂੰ ਉਹਦੇ ਗੁਰੂ ਦੇ ਬਚਨਾਂ ਨਾਲ ਜੁੜ ਜਾਏਗਾ, ਤੇਰਾ ਇਹ ਡਰ ਨਿਕਲ ਜਾਏਗਾ ਤੇ ਉਹ ਸੱਚਾ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਤੈਨੂੰ ਆਪਣੇ ਨਾਲ ਮਿਲਾ ਲਏਗਾ। ਤੈਨੂੰ ਭੱਜਣ ਦੀ ਜ਼ਰੂਰਤ ਨਹੀਂ ਕਿਤੇ, ਉਹ ਤੇ ਤੇਰੇ ਹਿਰਦੇ ਵਿੱਚ ਹੀ ਹੈ। ਅੱਖਾਂ ਖੋਲ੍ਹਣ ਦੀ ਜ਼ਰੂਰਤ ਹੈ। ਬੁੱਲਾ ਇਹ ਗੱਲ ਨੂੰ ਬੜੇ ਡੰਕੇ ਦੀ ਚੋਟ ਨਾਲ ਬੁੱਲਾ ਕਹਿੰਦਾ, ਬੁੱਲਿਆ ਰੱਬ ਤੈਥੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਬਸ ਇੱਕ ਅੱਖ ਨੂੰ ਖੋਲ੍ਹਣਾ, ਇਹ ਸੁਰਤੀ ਨੂੰ ਸਹੀ ਮਾਇਨਿਆਂ ਵਿੱਚ ਟਿਕਾਣੇ 'ਚ ਲਿਆਉਣਾ ਹੀ ਹੈ। ਸੰਗਤ ਵਿੱਚ ਆ ਕੇ ਬਾਣੀ ਨਾਲ ਜੁੜ ਕੇ ਗੁਰੂ ਦੇ ਬਚਨਾਂ ਨੂੰ ਜਿਨ੍ਹਾਂ ਨੇ ਮੰਨਿਆ, ਜਿਨ੍ਹਾਂ ਨੇ ਜਾਣਿਆ, ਜਿਨ੍ਹਾਂ ਨੇ ਸੁਣਿਆ, ਪਾਤਸ਼ਾਹ ਕਹਿੰਦੇ ਉਹਨਾਂ ਨੇ ਉੱਤੇ ਕਿਰਪਾ ਹੋਈ ਤੇ ਉਹ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ। ਮਤ ਕੋਈ ਜਾਣੇ ਕਿ ਮੈਂ ਆਪਣੀ ਵਿਦਵਤਾ ਨਾਲ, ਆਪਣੇ ਜ਼ੋਰ ਨਾਲ, ਆਪਣੀ ਬੁੱਧੀ ਨਾਲ, ਆਪਣੇ ਪੈਸੇ ਨਾਲ ਉਸ ਮਾਲਕ ਨੂੰ ਮਿਲ ਲਵਾਂਗਾ, ਨਹੀਂ। ਉਹ ਆਪ ਹੀ ਕਿਰਪਾ ਕਰਦਾ ਹੈ, ਆਪ ਹੀ ਬਖਸ਼ਿਸ਼ ਕਰਦਾ ਹੈ, ਉਹ ਸਾਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਨਾਂ ਮਿਲ ਹਰ ਜਾ मेरे राम हम बारक हर प्रभ के हैं ए आणे। हम बारक हर प्रभ के हैं ए आणे।